इस मुद्दे उत्ते गलबात लई साडे नाल स्टूडियो विच मौजूद ने कमलजीत सिंह हेर प्रधान NRI सभा पंजाब, डॉक्टर दलजीत सिंह चीमा सियासी सलाहकार मुख्यमंत्री पंजाब, विकास प्रताप सिंह कमिश्नर NRI अफेयर्स पंजाब, जस्सी खंगूरा कांग्रेस विधायक अते प्रवासी पंजाबियों की एक आवाज़ अते अनिल मल्होत्रा एडवोकेट अते NRI संबंधी मामलों के माहर। तुहाडा डिस्कशन बहुत बहुत स्वागत है। डॉक्टर चीमा, कई एजेंसियां हो गई जिवें NRI वास्ते पुलिस स्टेशन बने, CM ऑफिस दे विच एक NRI सेल भी है, फिर कमिशन की क्यों लोड़ पई? देखो, मैं समझदा जी कि जो एक अपनी रूटीन एडमिनिस्ट्रेटिव मशीनरी है, चाहे वो पुलिस स्टेशंस ने या कोई रेवेन्यू कोर्ट्स ने, वो तो एग्जिस्ट कर ही रही हैं। ये एक बैलेंसिंग जिस तरह आप कहने कि बाय वे ऑफ बैलेंस ऑफ पावर कि जे किते बंदे नूं उथों डिससैटिस्फाइड है जो भी पुलिस ने कार्रवाई की या किसी रेवेन्यू अदालत दे विच कार्रवाई हुई, उस नूं एक आपां बैलेंस के तौर पर देखिए कि एक जो पहला दस्सिया चीमा साहब ने, एक आपां सीक्वेंस ऑफ इवेंट्स देखिए कि लड़ी वजों एक कदम चुके गए ने। उस लड़ी दे विच मैं समझदा कि एक अहम ਜਿਹੜਾ है एक स्टैप लिता गया। कई बार ਜਿਹੜੇ ਕਦਮ ਆਏ ਉਹਦਾ ਇੱਕ ਲੌਜੀਕਲ ਸਟੈਪ ਇਹ ਹੈਗਾ ਕਿ ਆਪਾਂ ਆਟੋਨੋਮਸ ਕਮਿਸ਼ਨ ਬਣਾ ਦਈਏ। ਜੱਸੀ ਜੀ, ਤੁਸੀਂ ਇਹਦਾ ਵੈਲਕਮ ਕਰਦੇ ਜੀ? ਤੁਹਾਡੀ ਕੀ ਸਟੇਟਮੈਂਟ ਆਈ ਸੀਗੀ ਕਿ ਇੱਕ ਬਹੁਤ ਦੇਰ ਨਾਲ ਚੁੱਕੇ ਗਿਆ ਕਦਮ? ਸਮਝੋ ਤਾਂ ਪੁਆਇੰਟ ਤੁਸੀਂ ਪਹਿਲਾਂ ਹੀ ਕਿਹਾ ਵੀ 4.5 ਸਾਲ ਬਾਅਦ ਆਪਣਾ ਸੋਚਣਾ ਚਾਹੀਦਾ ਵੀ ਵਾਈ ਸੋ ਲੇਟ ਜੀ। ਗੱਲ ਇਹ ਹੈ ਜੀ ਵੀ ਕਮਿਸ਼ਨ ਦਾ ਪ੍ਰਿੰਸੀਪਲ ਇਜ਼ ਫਾਈਨ, ਉਹਦੇ ਨਾਲ ਮੈਂ ਸਹਿਮਤ ਹਾਂ। ਇਹ ਹੁਣ ਪਤਾ ਲੱਗੂ ਜਦੋਂ ਹਾਊਸ ਦੇ ਵਿੱਚ ਕਾਗਜ਼ ਪੇਸ਼ ਹੋਏ ਵੀ ਕਾਨੂੰਨ ਦੇ ਵਿੱਚ ਕੋਈ ਪਾਵਰ ਹੈ ਕਿ ਨਹੀਂ। ਜੇ ਤਾਂ ਇਹਨਾਂ ਨੇ ਟੂਥਲੈਸ ਟਾਈਗਰ ਬਣਾਉਣਾ ਫਿਰ ਤਾਂ ਕੋਈ ਫਾਇਦਾ ਨਹੀਂਗਾ। ਯੂ ਹੈਵ ਟੂ ਗਿਵ ਇਟ ਸਬਸਟੈਂਟਿਵ ਪਾਵਰਸ। ਜਿਹੜੀ ਫੰਡਾਮੈਂਟਲ ਕਨਸਟੀਟਿਊਸ਼ਨ ਆ ਉਹ ਗਲਤ ਆ। ਤੁਸੀਂ ਬਣਾ ਰਹੇ ਹੋ NRI ਕਮਿਸ਼ਨ ਤੇ ਤੁਸੀਂ ਉਹਦੇ 'ਚ ਰੱਖ ਰਹੇ ਹੋ ਇੱਕ ਰਿਟਾਇਰਡ ਜੱਜ ਐਜ਼ ਚੇਅਰਮੈਨ, ਇੱਕ IAS ਅਫਸਰ, ਇੱਕ IPS ਅਫਸਰ ਤੇ 2 ਐਕਸਪਰਟਸ, 2 ਲੋਕਲ ਐਕਸਪਰਟਸ, ਜਿਹਦਾ ਨੋਮੀਨੇਟਡ ਮੈਂਬਰਸ ਆ ਉਹ ਐਕਸਪਰਟਸ ਹੋਣਗੇ। ਜਿਹਦਾ ਨਾਂ ਹੈਗਾ NRI ਕਮਿਸ਼ਨ, ਉਹਦੇ ਇੱਕ ਵੀ ਤੁਸੀਂ NRI ਮੈਂਬਰ ਪ੍ਰਪੋਜ਼ ਨਹੀਂ ਕਰ ਰਹੇ। ਘੱਟ ਤੋਂ ਘੱਟ ਦੇ ਸ਼ੁਡ ਬੀ NRI ਰਿਪਰੈਜ਼ੈਂਟੇਸ਼ਨ। ਘੱਟ ਤੋਂ ਘੱਟ ਤੁਸੀਂ ਉਹਦੇ ਵਿੱਚ 2 ਜਾਂ 3 NRI ਮੈਂਬਰ ਲੈ ਕੇ ਆਓ। ਇੱਕ ਮਿੰਟ ਵਿਕਾਸ ਜੀ, ਇਹਦੇ ਵਿੱਚ NRI ਮੈਂਬਰ ਕਿਉਂ ਨਹੀਂ ਰੱਖਿਆ? ਥੋੜਾ ਜਿਹਾ ਕਲੈਰੀਫਾਈ ਕਰ ਦਵਾਂ ਜੀ ਕਿ 2 ਜਿਹੜੇ ਆਪਾਂ ਐਕਸਪਰਟਸ ਕਹਿ ਰਹੇ ਆ ਉਹ ਉਹੀ ਹੋਣਗੇ who are expert in the matter of these NRI affairs and there is no legal bar। ਇਹਨਾਂ ਦਾ ਇਸ਼ੂ ਇਹ ਹੈਗਾ ਕਿ ਉਹਦੇ ਵਿੱਚ ਤੁਸੀਂ NRI ਕਿਉਂ ਨਹੀਂ ਰੱਖਿਆ? ਕੰਪਲੀਟ ਕਰ ਲਵਾਂ ਜੀ ਕਿ ਕੋਈ ਐਸੀ ਲੀਗਲ ਬਾਰ ਨਹੀਂ ਹੈ ਕਿ ਉਹਦੇ ਚ ਆਪਾਂ NRIs ਨੂੰ ਹੀ ਉਹਦੇ ਚ ਆਪਾਂ ਨਹੀਂ ਕਰ ਸਕਦੇ। ਗੱਲ ਤਾਂ ਸੋਚ ਦੀ ਆ ਜਾਂਦੀ ਹੈ ਜੀ। ਜੇ ਸੋਚ ਵਧੀਆ ਹੋਵੇ ਤੁਸੀਂ ਪਹਿਲਾਂ ਕਹੋ ਵੀ ਪਹਿਲਾਂ NRI ਹੋਣੇ ਚਾਹੀਦੇ ਉਹਦੇ ਵਿੱਚ। You should have at least 2 or 3 NRI members, ਤਾਂ ਹੀ ਉਹ NRIs ਦੇ ਇੰਟਰਸਟ ਰਿਪਰੈਜ਼ੈਂਟ ਕਰਨਗੇ। ਕੁਦਰਤੀ ਗੱਲ ਹੈ, ਜੇ NRIs ਦੀਆਂ ਸਮੱਸਿਆਵਾਂ ਸੁਣਨੀਆਂ ਤੇ ਜਿਹੜੀ ਵੀ ਸਰਕਾਰ ਮੌਕੇ ਦੀ ਮੈਂਬਰ ਨੋਮੀਨੇਟ ਕਰੇਗੀ ਉਹ ਉਹਨਾਂ ਵਿੱਚੋਂ ਹੀ ਕਰੇਗੀ। ਕਿ ਤਾਂ ਇਹ ਤਾਂ ਕੋਈ ਦੋ ਰਾਵਾਂ ਨਹੀਂ, 2 ਮੈਂਬਰ ਇਸੇ ਕਰਕੇ ਸਰਕਾਰ ਦੇ ਆਪਣੀ ਡਿਸਕਸ਼ਨ ਦੇ ਉੱਤੇ ਹੈਗੇ ਆ। ਅਲਟੀਮੇਟਲੀ ਸਮੱਸਿਆਵਾਂ ਹੱਲ ਕਰਨੀਆਂ, ਕੋਈ ਪਿੰਡ ਦੀ ਪੰਚਾਇਤ ਨਹੀਂ ਬਣਾਉਣੀ। ਉਹਦੇ 'ਚ ਸਿਸਟਮ ਨੂੰ ਚੰਗੇ ਢੰਗ ਨਾਲ ਚਲਾਉਣ ਦੇ ਵਾਸਤੇ ਹਰ ਸਿਸਟਮ ਦਾ ਐਕਸਪਰਟ ਤੁਹਾਨੂੰ ਉਹਦੇ 'ਚ ਚਾਹੀਦਾ। और NRI ਦੇ ਨੁਮਾਇੰਦੇ ਉਹਦੇ 'ਚ ਕੁਦਰਤੀ ਗੱਲ ਹੈ ਕਿ ਜਦੋਂ ਨੋਮੀਨੇਸ਼ਨ ਹੋਏਗੀ 2 ਮੈਂਬਰ ਉਹਦੇ 'ਚ ਚੀਮਾ ਸਾਹਿਬ ਕੋਈ ਗਾਰੰਟੀ ਨਹੀਂ। ਚੀਮਾ ਸਾਹਿਬ ਕੀ ਇਹ ਮੈਂਸ਼ਨ ਕੀਤਾ ਜਾ ਸਕਦਾ ਸੀ ਵੀ 2 ਮੈਂਬਰ ਹੋਣਗੇ, ਉਹਨਾਂ ਚੋਂ ਇੱਕ ਮੈਂਬਰ ਜਿਹੜਾ NRI ਹੋਊਗਾ ਐਕਸਪਰਟ ਹੋ ਸਕਦਾ। ਇਹ ਹਾਊਸ ਦੇ ਮੈਂਬਰ ਨੇ, ਇਹਨਾਂ ਵਾਸਤੇ ਵੀ ਕੋਈ ਛੱਡਿਆ ਸੀ, ਇਹਨਾਂ ਨੇ ਵੀ ਕੋਈ ਉੱਠ ਕੇ ਸਲਾਹ ਦੇਣੀ ਹੈ ਉੱਥੇ ਮੌਕੇ ਤੇ, ਕੋਈ ਕ੍ਰੈਡਿਟ ਇਹਨਾਂ ਨੂੰ ਵੀ ਅਸੀਂ ਲੈ ਕੇ ਦੇਣਾ। ਸਾਡੀ ਸਲਾਹ ਤੁਸੀਂ ਕਦੋਂ ਲੈਣੀ ਆ? ਅਸੀਂ ਨਹੀਂ ਲੈਣਾ ਚਾਹੁੰਦੇ। ਦੇਖੋ ਜੀ, ਇਹ ਇਹਨਾਂ ਨੇ ਉੱਥੇ ਇਹ ਸਲਾਹ ਦੇਣਗੇ ਤੇ ਮੁੱਖ ਮੰਤਰੀ ਸਾਹਿਬ ਸੰਧੂ ਸਾਹਿਬ ਗੱਲ ਸ਼ੁਰੂ ਕਿੱਥੋਂ ਹੋਈ ਸੀ? ਗੱਲ ਸ਼ੁਰੂ ਹੋਈ ਸੀ 1.5 ਸਾਲ ਪਹਿਲਾਂ। ਸੁਖਬੀਰ ਬਾਦਲ ਜੀ ਦਿੱਲੀ ਗਏ, ਸਰਦੀਆਂ ਦਾ ਮੌਸਮ ਸੀ, ਟਾਈ ਲੱਗੀ ਹੋਈ ਸੀਗੀ। ਹੁਣ ਟਾਈ ਲਾਉਣ ਦਾ ਮਤਲਬ ਥੋੜੀ ਵੀ ਥੋੜੇ ਖਿਆਲ ਵਧੀਆ ਹੁੰਦੇ ਨੇ। ਉੱਥੇ ਦਿੱਲੀ ਕਹਿ ਆਈ ਜੀ ਵੀ ਅਸੀਂ NRI ਕਮਿਸ਼ਨ ਬਣਾਵਾਂਗੇ। ਨਹੀਂ ਇਦਾਂ ਨਾ ਕਹੋ, ਟਾਈ ਮੈਂ ਵੀ ਲਾਈ ਹੈ ਇੱਥੇ। that was in January 2010 ਚ 18 ਮਹੀਨੇ ਲੰਘ ਗਏ ਤੇ ਹਜੇ ਤੱਕ ਤੁਹਾਡੇ ਕੋਲ ਕਮਿਸ਼ਨ ਕਨਸਟੀਟਿਊਟ ਨਹੀਂ ਹੋਇਆ। ਦੇਖੋ ਪ੍ਰੋਸੈਸ ਇਜ਼ ਵੈਰੀ ਸਲੋ। ਇਹਨਾਂ ਕਾਰਨ ਗੱਲ ਕਰ ਰਹੇ ਹਾਂ ਪੰਜਾਬ ਦੇ NRIs ਲਈ ਸਥਾਪਿਤ ਕੀਤੇ ਜਾ ਰਹੇ NRI ਕਮਿਸ਼ਨ ਦੀ। ਜੱਸੀ ਜੀ, ਤੁਸੀਂ ਐਡ ਕਰਨਾ ਚਾਹੋਗੇ ਜੋ ਮਲਹੋਤਰਾ ਸਾਹਿਬ ਨੇ ਕਿਹਾ? ਤੁਹਾਨੂੰ ਇੱਕ ਮੂਰੇ ਇੱਕ ਐਗਜ਼ਾਮਪਲ ਪੇਸ਼ ਕਰੂੰਗਾ ਜੀ ਵੀ ਜਿਸ ਤਰ੍ਹਾਂ ਦੇ ਪ੍ਰੋਬਲਮ NRIs ਤੇ ਆਉਂਦੇ ਆ ਜੀ। 4.5 ਸਾਲ ਹੋ ਗਏ, NRIs ਦਾ ਨੁਕਸਾਨ ਬਹੁਤ ਹੋਇਆ। NRI ਲੁੱਟੇ ਕੁੱਟੇ ਤੇ ਸੁੱਟੇ, ਹਜ਼ਾਰਾਂ ਕਰੋੜਾਂ ਚ ਉਹਨਾਂ ਦਾ ਨੁਕਸਾਨ ਹੋ ਗਿਆ। NRI ਦੀ ਜ਼ਮੀਨ ਕਿਸੇ ਨੇ 12 ਕਿੱਲੇ ਤੇ ਝੂਠੀ ਰਜਿਸਟਰੀ ਕਰ ਲਈ, ਝੂਠਾ ਇੰਤਕਾਲ ਕਰਾ ਲਿਆ। NRI ਨੇ ਕੋਰਟ ਗਿਆ, ਸਟੇ ਆਰਡਰ ਲਿਆਂਦਾ। NRI ਆਦੀ ਜ਼ਮੀਨ ਤੇ ਖੜਾ, ਥਾਣੇਦਾਰ ਕੋਰਟ ਆਰਡਰ ਨੂੰ ਇਗਨੋਰ ਕਰਕੇ 12 ਕਿੱਲਿਆਂ ਦਾ ਕਬਜ਼ਾ ਹੋ ਕਿਸ ਨੂੰ ਦੇ ਰਿਹਾ। ਇਹ ਰੀਅਲ ਲਾਈਫ ਐਗਜ਼ਾਮਪਲ ਹੈ, ਇਕੱਲਾ ਇੱਕ ਐਗਜ਼ਾਮਪਲ ਨਹੀਂ। ਇਹੋ ਜਿਹੇ ਐਗਜ਼ਾਮਪਲ ਸੈਂਕੜੇ ਨੇ ਸਰਕਾਰ ਦੇ ਵਿੱਚ। NRI ਕਮਿਸ਼ਨ ਕੀ ਕਰੂਗਾ? ਬੜਾ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ, ਮੈਂ ਵਿਕਾਸ ਪ੍ਰਤਾਪ ਨੂੰ ਉਹਨਾਂ ਕੋਲ ਆਉਂਗਾ। ਇਹਨਾਂ ਨੇ ਕਿਹਾ ਜੀ ਵੀ NRIs ਨੂੰ ਲੁੱਟਿਆ, ਕੁੱਟਿਆ ਤੇ ਸੁੱਟਿਆ। ਇੰਡੀਵਿਜੂਅਲ ਕੇਸ ਦਾ ਨਹੀਂ ਮੈਂ ਕਮੈਂਟ ਕਰ ਪਾਵਾਂਗਾ, ਪਰ ਜਨਰਲੀ ਜੇ ਆਪਾਂ ਕਹੀਏ ਤਾਂ ਜਿਸ ਤਰ੍ਹਾਂ ਦੱਸਿਆ ਗਿਆ ਕਿ ਪਿਛਲੇ 3 ਸਾਲਾਂ ਜਾਂ 4 ਸਾਲਾਂ ਦੇ ਦੌਰਾਨ ਆਪਾਂ ਚਾਹੇ ਐਕਸਕਲੂਸਿਵ NRI ਥਾਣਿਆਂ ਦੀ ਗੱਲ ਕਰਦੇ ਆ, ਉਹ ਸੈਟਅਪ ਕੀਤੇ ਗਏ ਨੇ, ਜਿੱਥੇ 6 ਜ਼ਿਲ੍ਹੇ ਜਿੱਥੇ ਮੈਜੋਰਿਟੀ NRIs ਨੇ ਉਹ ਬਣਾਏ ਗਏ ਨੇ।
ਜਿੱਥੇ ਕਿਤੇ ਕੋਈ ਰੈਵਨਿਊ ਕੋਰਟਸ ਹੈ ਉਹ ਫਾਸਟ ਟਰੈਕ ਡੈਡੀਕੇਟਿਡ ਕੋਰਟਸ ਬਣਾਈਆਂ ਗਈਆਂ ਪਰ ਵਿਕਾਸ ਜੀ ਤੁਹਾਡੀ ਕੀ ਇਨਫੋਰਮੇਸ਼ਨ ਹੈ ਕਿ ਸਾਰੇ ਵਾਕਈ ਕੰਮ ਕਰ ਰਹੇ ਆ, ਉਹਨਾਂ ਨਾਲ ਐਨਆਰਆਈਜ਼ ਨੂੰ ਇਨਸਾਫ ਮਿਲ ਰਿਹਾ? ਮੈਂ ਇਹ ਕਹਿ ਰਿਹਾ ਕਿ ਜਿੱਥੇ ਕਿਤੇ ਇੰਡੀਵਿਜੂਅਲ ਪ੍ਰੋਬਲਮ ਹੈ, ਇੰਡੀਵਿਜੂਅਲ ਕਿਤੇ ਕੇਸ ਹੋਇਆ ਹੈ, we are ready to look into it and we'll be too eager to help that person. Time ਲੱਗ ਡਾਕਟਰ ਚੀਮਾ, ਜੱਸੀ ਖੁੰਗਰਾ ਨੇ ਇੱਕ ਆਪਣੇ ਰਾਈਟ ਅਪ ਦੇ ਵਿੱਚ ਲਿਖਿਆ ਸੀਗਾ, ਇਹਨਾਂ ਨੇ ਇੱਕ ਪ੍ਰੈਸ ਨੋਟ ਇਸ਼ੂ ਕੀਤਾ ਸੀਗਾ ਕਿ ਜਿਹੜੇ 2008 ਦੇ ਵਿੱਚ ਮੁੱਖ ਮੰਤਰੀ ਨੇ ਜਿਹੜੇ ਵਾਅਦੇ ਕੀਤੇ ਸੀ ਐਨਆਰਆਈ ਸੰਮੇਲਨ ਦੇ ਵਿੱਚ ਉਹ ਪੂਰੇ ਨਹੀਂ ਹੋਏ ਔਰ ਮੁੱਖ ਮੰਤਰੀ ਨੂੰ ਉਹਨਾਂ ਵਾਸਤੇ ਮਾਫੀ ਮੰਗਣੀ ਚਾਹੀਦੀ ਹੈ ਐਨਆਰਆਈ ਤੋਂ। ਦੇਖੋ ਗੱਲ ਇਹ ਵੀ ਅਸੀਂ ਕਿੰਨੀਆਂ ਚੀਜ਼ਾਂ ਗਿਣਾ ਦਿੱਤੀਆਂ ਹੁਣ ਤੱਕ ਜਿਹੜੀਆਂ ਅਸੀਂ ਆਪਣੇ ਇਸੇ ਰਾਜ ਦੇ ਵਿੱਚ ਕੀਤੀਆਂ ਨੇ। ਇਸ ਤੋਂ ਪਹਿਲਾਂ ਵੀ ਜਿਹੜੇ ਪਿਛਲੀ ਵਾਰੀ ਗਵਰਨਮੈਂਟ ਆਈ ਸੀ ਤੇ ਉਦੋਂ ਵੀ ਜਿਹੜੀ ਉਹਨਾਂ ਦੇ ਮਕਾਨ ਖਾਲੀ ਕਰਾਉਣ ਦੇ ਅਨਾਉਂਸਮੈਂਟਸ ਤੇ ਬਹੁਤ ਹੋਈਆਂ ਇਹਨਾਂ ਨੇ ਦੋ ਇਸ਼ੂਜ਼ ਰੇਜ਼ ਕੀਤੇ ਇਹਨਾਂ ਨੇ। ਸਾਰੀਆਂ ਉਹ ਚੀਜ਼ਾਂ ਨੇ ਜਿਹੜੀਆਂ ਗਰਾਊਂਡ ਤੇ ਬਣ ਚੁੱਕੀਆਂ ਨੇ, ਚਾਹੇ ਪੁਲਿਸ ਸਟੇਸ਼ਨ ਹੈ, ਚਾਹੇ ਰੈਵਨਿਊ ਕੋਰਟ ਹੈ, ਇਨਸਾਫ ਕਿੰਨਾ ਹੋਇਆ। ਮੈਂ ਹੁਣ ਮੈਨੂੰ ਜਵਾਬ ਦੇ ਦਿੰਦਾ। ਦੂਜੀ ਗੱਲ ਹੈ ਵੀ ਅਸੀਂ ਕਦੋਂ ਰੋਕਿਆ ਹੈ ਵੀ ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹ ਐਨਆਰਆਈਜ਼ ਦੇ ਵਾਸਤੇ ਕੋਈ ਇਸ ਤਰ੍ਹਾਂ ਦਾ ਸੈਂਟਰਲ ਲੈਵਲ ਤੇ ਐਕਟ ਨਾ ਬਣਾਵੇ, ਕਿਉਂਕਿ ਜੇ ਪੰਜਾਬ ਚ ਐਨਆਰਆਈ ਸੰਮੇਲਨ ਹੁੰਦੇ ਆ, ਦੇਸ਼ ਚ ਵੀ ਪੰਜਾਬੀ ਐਨਆਰਆਈ ਸੰਮੇਲਨ ਹੁੰਦੇ ਆ, ਬਹੁਤ ਸਾਰੀਆਂ ਅਨਾਉਂਸਮੈਂਟਸ ਉੱਥੇ ਵੀ ਹੁੰਦੀਆਂ। ਉੱਥੇ ਤਾਂ ਅਸੀਂ ਐਨਆਰਆਈ ਵੀ ਤੁਹਾਡੇ ਤੇ ਅਸੀਂ ਬਹੁਤ ਨਹੀਂ ਬੈਠੇ ਵੀ ਤੁਹਾਡੇ ਇੰਨੀ ਕੋਈ ਇੱਥੇ ਇਨਵੈਸਟਮੈਂਟ ਹੈਗੀ ਆ, ਇਸ ਤੋਂ ਵੱਧ ਤੁਸੀਂ ਦੱਸੋ ਵੀ ਸਾਡੇ ਦੇਸ਼ ਵਾਸਤੇ ਕੀ ਕੀਤਾ। ਉੱਥੇ ਅਸੀਂ ਉਹਨਾਂ ਨੂੰ ਇਹ ਗੱਲ ਸੁਣਾ ਕੇ ਤੇ ਵਾਪਸ ਭੇਜਦੇ ਨੇ। ਤੇ ਜੇ ਅਸੀਂ ਇੱਥੇ ਆਪਣਾ ਕਰਦੇ ਹਾਂ, ਹੁਣ 50 ਲੱਖ ਦੀ ਤੁਸੀਂ ਗਿਣਤੀ ਜਿਹੜੀ ਹੈ ਐਨਆਰਆਈ ਦੀ ਦੱਸੀ ਤੇ ਇੱਕ ਐਗਜ਼ਾਮਪਲ ਖੰਗੂਰਾ ਸਾਹਿਬ ਨੇ ਕੋਟ ਕਰ ਦਿੱਤੀ, ਹਾਲੇ ਉਹਦੀ ਮੈਰਿਟ ਕੀ ਹੈ, ਡੀਮੈਰਿਟ ਕੀ ਹੈ, ਇਹਦੇ ਵਿੱਚ ਨਹੀਂ ਮੈਂ ਜਾਣਾ ਕਿ ਇੱਕ ਐਗਜ਼ਾਮਪਲ ਦੋ ਇਸ਼ੂ ਰੇਜ਼ ਕੀਤੇ ਸੀ ਇਹਨਾਂ ਨੇ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ। ਬਹੁਤ ਵੱਡਾ ਦੋ ਇਸ਼ੂ ਰੇਜ਼ ਕੀਤੇ ਸੀ ਇਹਨਾਂ ਨੇ। ਇੱਕ ਤੇ ਇਹ ਕਿਹਾ ਸੀ ਮੁੱਖ ਮੰਤਰੀ ਨੇ ਉਹਨਾਂ ਪ੍ਰੋਮਿਸ ਕੀਤਾ ਸੀ ਵੀ ਜਿੰਨੇ ਵੀ ਐਨਆਰਆਈ ਪੀਓਜ਼ ਆ, ਪ੍ਰੋਕਲੇਮਡ ਡਿਫੈਂਡਰਸ ਆ, ਉਹਨਾਂ ਦੀ ਲਿਸਟ ਜਿਹੜੀ ਆ 3 ਮਹੀਨਿਆਂ ਦੇ ਵਿੱਚ 30 ਦਿਨ ਦੇ ਅੰਦਰ 30 ਦਿਨਾਂ ਦੇ ਵਿੱਚ ਨੈਟ ਤੇ ਪਾਈ ਜਾਊਗੀ। ਪੀਓ ਦੀ ਜਿਹੜੀ ਸਮੱਸਿਆ ਦੂਜੀ ਉਹਨਾਂ ਕਿਹਾ ਸੀ ਵੀ ਜਦੋਂ ਵੀ ਐਫਆਈਆਰ ਕਰਾਊਗਾ ਐਨਆਰਆਈ ਉਹਦੇ 7 ਦਿਨਾਂ ਦੇ ਇਨਕੁਆਇਰੀ, ਇੱਕ ਐਸਪੀ ਲੈਵਲ ਇਨਕੁਆਇਰੀ ਕਰਕੇ ਤੇ ਇਨਕੁਆਇਰੀ ਸਬਮਿਟ ਕਰੂਗਾ। ਐਨਆਰਆਈ ਪੁਲਿਸ ਸਟੇਸ਼ਨ ਇਹੀ ਕੰਮ ਕਰ ਰਿਹਾ। ਜਿਹੜਾ ਵੀ ਕੋਈ ਐਨਆਰਆਈ ਪੁਲਿਸ ਸਟੇਸ਼ਨ ਨੂੰ ਅਪਰੋਚ ਕਰਦਾ ਹੈ, ਐਸਪੀ ਹੈੱਡਕੁਆਰਟਰ ਉਹਦਾ ਇੰਚਾਰਜ ਹੈ, ਉੱਥੇ ਉਹ ਕੰਮ ਕੀਤਾ ਜਾਂਦਾ। ਲੇਕਿਨ ਪੀਓ ਦੀ ਇੱਕ ਪ੍ਰੋਬਲਮ ਹੈ ਕਿ ਖੰਗੂਰਾ ਸਾਹਿਬ ਨੂੰ ਪਤਾ ਹੋਣਾ ਚਾਹੀਦਾ, ਪੀਓ ਸਰਕਾਰ ਨਹੀਂ ਡਿਕਲੇਅਰ ਕਰਦੀ, ਪੀਓ ਅਦਾਲਤ ਡਿਕਲੇਅਰ ਕਰਦੀ ਹੈ। ਨਹੀਂ, ਸਰਕਾਰ ਕੋਲੇ ਜਦੋਂ ਕੋਈ ਅਧਿਕਾਰੀ ਪੇਸ਼ੈਂਟ ਹੁੰਦੀ ਉਹਦੀ ਇਨਕੁਆਇਰੀ ਸਰਕਾਰ ਦੁਆਰਾ ਸਾਰੀ ਇਨਫੋਰਮੇਸ਼ਨ ਐਡਵੋਕੇਟ ਜਨਰਲ ਆਫਿਸ ਕੋਲ ਹੋਊਗੀ। ਬਹੁਤ ਵੱਡੀ ਗਿਣਤੀ ਜਿਹੜੀ ਹੈ ਮੈਂ ਦੱਸ ਸਕਦਾ ਕਿ ਜਿਨ੍ਹਾਂ ਨੇ ਪ੍ਰੋਪਰ ਵੇ ਨਾਲ ਅਪਰੋਚ ਕੀਤਾ, ਪੁਲਿਸ ਨੂੰ ਇੰਸਟਰਕਸ਼ਨ ਗਈ, ਉਹਦੀ ਜੈਨੂਇਨ ਇਨਕੁਆਇਰੀ ਹੋ ਕੇ ਜੇ ਕਿਤੇ ਕੋਈ ਮੈਨੀਪੂਲੇਸ਼ਨ ਹੋਈ ਸੀ ਤਾਂ ਠੀਕ ਕੀਤੀ ਗਈ। ਇੱਕ ਮਿੰਟ ਹੇਰ ਸਾਹਿਬ ਤੋਂ ਪੁੱਛਦੇ ਹੇਰ ਸਾਹਿਬ, ਐਨਆਰਆਈ ਸਭਾ ਦੇ ਪ੍ਰਧਾਨ ਜੇ ਐਨਆਰਆਈਜ਼ ਨੂੰ ਤੁਹਾਡੇ ਹਿਸਾਬ ਨਾਲ ਇਨਸਾਫ ਮਿਲ ਰਿਹਾ ਵਾ, ਇਹ ਪੁਲਿਸ ਸਟੇਸ਼ਨ ਦਾ ਕੋਈ ਫਾਇਦਾ ਹੋਇਆ? ਦੇਖੋ ਜਿਹੜੇ ਪੁਲਿਸ ਸਟੇਸ਼ਨ ਬਣੇ ਆ, ਫਾਸਟ ਟਰੈਕ ਕੋਰਟ ਬਣੀ ਆ, ਤੇ ਉਹਨਾਂ ਤੋਂ ਕੁਝ ਐਨਆਰਆਈ ਨੂੰ ਰਿਲੀਫ ਤਾਂ ਜ਼ਰੂਰ ਮਿਲ ਰਿਹਾ, ਤੇ ਪਰ ਮਤਲਬ ਕਿ ਪ੍ਰੋਪਰ ਨਹੀਂ ਹਜੇ ਐਨਆਰਆਈ ਸੈਟੀਸਫਾਈ ਨਹੀਂ ਹੈਗਾ। ਬਿਲਕੁਲ ਨਹੀਂ, ਚਾਹ ਮਿਲਦੀ ਹੈ, ਕਾਫੀ ਮਿਲਦੀ ਹੈ, ਕੁਰਸੀ ਮੇਜ਼ ਹੈਗਾ, ਰਿਲੀਫ ਤਾਂ ਮਿਲਦਾ, ਮਸਲੇ ਹੱਲ ਹੁੰਦੇ, ਕੰਮ ਤਾਂ ਹੋ ਰਿਹਾ ਉਹਨਾਂ ਦੇ। ਮਤਲਬ ਕਮਿਸ਼ਨ ਬਣ ਜਾ ਰਿਹਾ ਵਾ, ਹਾਈ ਕੋਰਟ ਜੱਜ ਉਹਦਾ ਚੇਅਰਮੈਨ ਹੋਊਗਾ, ਉਹਦੇ ਚ ਇੱਕ ਆਈਏਐਸ ਆਫੀਸਰ ਹੋਊ, ਆਈਪੀਐਸ ਆਫੀਸਰ ਹੋਊ, ਨੋਮੀਨੇਟਡ ਮੈਂਬਰ ਹੋਣਗੇ। ਤੁਹਾਡੇ ਹਿਸਾਬ ਨਾਲ ਇਹ ਜਿਹੜੀ ਕਨਸਟੀਟਿਊਸ਼ਨ ਹੈ ਜਿਹੜੀ ਕਮਿਸ਼ਨ ਦੀ, ਉਹ ਠੀਕ ਹੈ? ਜਿਹੜੀ ਇਹ ਕਨਸਟੀਟਿਊਸ਼ਨ ਆ ਉਹ ਬਿਲਕੁਲ ਮਤਲਬ ਕਿ ਜਿਹੜੇ ਉਹਦੇ ਰੂਲਸ ਜਿਹੜੇ ਉਹ ਤਾਂ ਬਣੇ ਨਹੀਂ ਹੈਗੇ। ਉਹ ਜਿਹੜੇ ਰੂਲਸ ਤਾਂ ਜਿਹੜੇ ਬਾਈ ਲਾਅਸ ਉਹ ਬਣਨ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਇਹ ਜਿਹੜਾ ਐਨਆਰਆਈ ਕਮਿਸ਼ਨ ਬਣ ਰਿਹਾ ਉਹ ਕਿੰਨਾ ਕੁ ਪਾਵਰਫੁਲ ਹੋਏਗਾ। ਕਿਉਂਕਿ ਜਿਵੇਂ ਖੁੰਗਰਾ ਸਾਹਿਬ ਨੇ ਕਿਹਾ ਕਿ ਇਹਦੇ ਚ ਐਨਆਰਆਈ ਮੈਂਬਰ ਜ਼ਰੂਰ ਹੋਣਾ ਚਾਹੀਦਾ ਸੀ, ਜਾਂ ਮੈਂਸ਼ਨ ਹੋਣਾ ਚਾਹੀਦਾ ਸੀ ਵੀ ਇੱਕ ਮੈਂਬਰ ਜਿਹੜਾ ਐਨਆਰਆਈ ਹੋਊਗਾ। ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਐਨਆਰਆਈ ਕਮਿਸ਼ਨ ਬਣ ਰਿਹਾ, ਐਨਆਰਆਈ ਮੈਂਬਰ ਤਾਂ ਹੋਣੇ ਚਾਹੀਦੇ। ਬਿਨਾਂ ਐਨਆਰਆਈ ਮੈਂਬਰ ਤੋਂ ਕਿਸੇ ਨੂੰ, ਕਿਉਂਕਿ ਐਨਆਰਆਈ ਨੂੰ ਪਤਾ ਵੀ ਐਨਆਰਆਈ ਕੀ ਦੁੱਖ ਤਕਲੀਫ ਕੀ ਆ। ਗਰਾਊਂਡ ਲੈਵਲ ਤੇ ਇਹ ਮਲਹੋਤਰਾ ਜੀ ਦਾ ਕਹਿਣਾ ਵੀ ਫਾਇਦਾ ਹੀ ਕੋਈ ਨਹੀਂ ਕਮਿਸ਼ਨ ਦਾ। ਲਾਅ ਕਮਿਸ਼ਨ ਤੋਂ ਪੁੱਛ ਲਓ ਕਿ ਕੀ ਪ੍ਰੋਬਲਮਸ ਹੈ ਔਰ ਉਹ ਹੱਲ ਹੋ ਸਕਦੀਆਂ। ਦੇਖੋ ਜੇ ਤਾਂ ਕਮਿਸ਼ਨ ਕੋ ਪਾਵਰਸ ਹੈਗੇ ਨੇ ਫਿਰ ਤਾਂ ਇਫੈਕਟਿਵ ਹੋ ਸਕਦਾ। ਜੀ ਜੇ ਕਮਜ਼ੋਰ ਕਮਿਸ਼ਨ ਆ ਉਹਨੇ ਤਾਂ ਫਿਰ ਐਨਆਰਆਈ ਦੀ ਰੈਮੇਡੀ ਡਿਲੇ ਕਰਨੀ ਆ। ਦੇਖੋ ਜਿੰਨੇ ਮਰਜ਼ੀ ਥਾਣੇ ਐਨਆਰਆਈ ਖੋਲ ਲਓ, ਜਿਵੇਂ ਮਰਜ਼ੀ ਤੁਸੀਂ ਕਮਿਸ਼ਨ ਬਿਠਾ ਲਓ, ਜਿੰਨਾ ਚਿਰ ਸਿਆਸੀ ਸੋਚ ਨਹੀਂ ਬਦਲਦੀ, ਪੋਲੀਟੀਕਲ ਵਿਲ ਜਿੰਨਾ ਚਿਰ ਪ੍ਰੋ ਐਨਆਰਆਈ ਨਹੀਂ ਹੁੰਦਾ, ਐਨਆਰਆਈ ਦੇ ਮਸਲੇ ਨਹੀਂ ਹੱਲ ਹੋਣਗੇ। ਮੈਨੂੰ 4.5 ਸਾਲ ਹੋ ਗਏ ਐਮਐਲਏ ਬਣੇ ਨੂੰ, ਪਿਛੋਕੜ ਮੇਰਾ ਐਨਆਰਆਈ, ਆਮ ਦੀ ਓਨਲੀ ਐਨਆਰਆਈ origin ਐਮਐਲਏ ਇਨ ਦਾ ਹਾਊਸ ਟੁਡੇ। ਜਿੰਨੇ ਐਨਆਰਆਈ ਕੇਸ ਮੇਰੇ ਕੋਲ ਆਏ, ਮੈਨੂੰ ਸ਼ਾਇਦ ਕੋਈ ਸਰਕਾਰ ਕੋਲ ਨਹੀਂ ਆਏ ਹੋਣਗੇ। ਐਂਡ ਐਵਰੀ ਟਾਈਮ ਭਾਵੇਂ ਮੈਂ ਗੁਰਦਾਸਪੁਰ ਫੋਨ ਕਰ ਲਾਂ, ਭਾਵੇਂ ਮੈਂ ਬੋਰਡ ਨੂੰ ਫੋਨ ਕਰ ਲਾਂ, ਬਾਈ ਐਂਡ ਲਾਰਜ ਦੇ ਮੈਟਰੀਮੋਨੀਅਲ ਔਰ ਪ੍ਰਾਪਰਟੀ ਮੈਟਰਸ। And does the NRI ever win? He doesn't win because local party ਵਿੱਚ 100 ਤੋਂ ਉੱਪਰ ਕੇਸ ਉਹਦਾ NRI ਦਾ, 100 ਤੋਂ ਉੱਪਰ ਅਸੀਂ ਕੇਸ ਉਹਦਾ ਡੀਲ ਕਰਦੇ ਹਾਂ। ਠੀਕ ਹੈ, ਮਤਲਬ ਕਿ ਕਮ ਸੇ ਕਮ 1200 ਕੇਸ ਸਾਲ ਦਾ ਸੀ ਉਹਨਾਂ, ਮਤਲਬ ਕਿ ਜਿਹੜਾ NRI ਦਾ ਡੀਲ ਕਰਦਾ। It's a humongous problem। तो ਸਾਹਿਬ ਕਿਉਂਕਿ ਹਾਲੇ ਤੱਕ ਚੇਅਰਮੈਨ ਅਨਾਉਂਸ ਨਹੀਂ ਹੋਏ ਔਰ ਹੁਣ ਇਲੈਕਸ਼ਨ ਹੋਣ ਜਾਰੀ ਹੋ 6 ਮਹੀਨੇ ਤੱਕ, ਐ ਲੱਗਦਾ ਕਿ ਅਗਲੀ ਸਰਕਾਰ ਜਿਹੜੀ ਵੀ ਅਗਲੀ ਸਰਕਾਰ ਆਊਗੀ ਬੇਸਿਕਲੀ ਉਹੀ ਇਸ ਕਮਿਸ਼ਨ ਨੂੰ ਪਾਵਰਸ ਦੇਊਗੀ। ਹੁਣ ਸਾਡੀ ਤਾਂ ਕੋਸ਼ਿਸ਼ ਇਹ ਹੈ ਕਿ ਅਸੀਂ ਇਹਨੂੰ ਪੂਰਾ ਕੰਪਲੀਟ ਕਰਕੇ ਜਾਵਾਂਗੇ। ਔਰ ਮੈਂ ਫਿਰ ਇਹੀ ਗੱਲ ਕਰਨੀ ਚਾਹੁੰਦਾ ਕਿ ਅਸੀਂ ਪੂਰੀ ਇਮਾਨਦਾਰੀ ਦੇ ਨਾਲ, ਦਿਆਨਤਦਾਰੀ ਦੇ ਨਾਲ
ਔਰ ਐਨਆਰਆਈ ਦੀ ਜਿਹੜੀ ਮੰਗ ਸੀਗੀ ਉਹਨੂੰ ਮੁੱਖ ਰੱਖ ਕੇ ਇਹ ਕਮਿਸ਼ਨ ਥੋੜਾ ਜਿਹਾ ਲੇਟ ਜ਼ਰੂਰ ਹੋ ਔਰ ਗਿਆ ਸਾਡੀ ਮੈਂ ਕਹਿੰਦਾ ਚਲੋ ਫਿਰ 60 ਸਾਲ ਦਾ ਘਟਾ ਲਓ ਵਿੱਚੋਂ ਵੀ ਇਹ ਤਾਂ ਕਹਿੰਦੇ ਆ ਨਾ ਤੇ ਗੱਲਾਂ ਕਰਨੀਆਂ ਸੌਖੀਆਂ ਅਸੀਂ ਬਣਾਇਆ ਤਾਂ ਸਹੀ ਹੈ ਨਾ ਅਸੀਂ ਜੱਸੀ ਜੀ ਲਾਸਟ ਵਰਡ ਫਰਮ ਯੂ ਸੰਧੂ ਕੀ ਕਰਨ ਦੀ ਲੋੜ ਹੈ ਕਮਿਸ਼ਨ ਬਣੇ ਜਾਂ ਨਾ ਬਣੇ ਪੰਜਾਬ 'ਚ ਦੋ ਚੀਜ਼ਾਂ ਦੀ ਲੋੜ ਆ ਜੀ। ਇੱਕ ਤਾਂ ADGP ਰਿਸਪੌਂਸਿਬਲ ਫॉर NRI ਅਫੇਅਰਸ ਯੂ ਨੀਡ ਅ ਸੀਨੀਅਰ ਪੁਲਿਸ ਆਫਸਰ ਟੂ ਪ੍ਰੋਟੈਕਟ NRIs ਨੰਬਰ 2 ਯੂ ਨੀਡ a IAS officer secretary level to be appointed as the custodian of NRI property NRI ਦੀ ਜਾਇਦਾਦ ਹੋਵੇ ਇੱਕ ਵਾਰੀ ਸਰਕਾਰ ਕੋਲ ਲਿਖਾ ਦੇਵੇ then the government is responsible for protecting that asset ਤੁਸੀਂ ਤੇ ਫਿਰ ਬਿਊਰੋਕ੍ਰੈਟਿਕ ਸਿਸਟਮ ਵੱਲ ਤੁਰ ਪਏ ਇਹ ਤੇ ਉਹਦੋਂ ਕਿਤੇ ਜ਼ਿਆਦਾ ਪਾਵਰਫੁਲ ਬਾਡੀ ਬਣ ਜਾ ਰਹੀ ਹੈ ਜਿਹੜਾ ਕਮਿਸ਼ਨ it doesn't guarantee anything ਸਰਕਾਰ should guarantee NRI assets in ਪੰਜਾਬ ਜਿਨ੍ਹਾਂ ਚ ਸਰਕਾਰ ਗਾਰੰਟੀ ਨਹੀਂ ਕਰਦੀ NRI ਨੇ ਇਹ ਤੋਂ ਪੰਜਾਬ ਦੀਆਂ ਸਰਕਾਰਾਂ ਨੇ ਸਮੇਂ-ਸਮੇਂ NRI ਮਸਲਿਆਂ ਸੰਬੰਧੀ ਕਈ ਤਰ੍ਹਾਂ ਦੇ ਐਲਾਨ ਕੀਤੇ ਪਰ ਇਹ ਐਲਾਨ ਮਹਿਜ਼ ਬਿਆਨਬਾਜ਼ੀ ਹੀ ਸਾਬਤ ਹੋਏ ਅਸਲ ਤੱਥ ਇਹ ਵੇ ਕਿ NRIs ਦੀਆਂ ਸਮੱਸਿਆਵਾਂ 'ਚ ਵਾਧਾ ਹੁੰਦਾ ਗਿਆ ਇਸ ਦੇ ਪਿਛੋਕੜ ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਐਲਾਨਿਆ ਗਿਆ ਤਜਵੀਜ਼ਸ਼ੁਦਾ NRI ਕਮਿਸ਼ਨ ਇੱਕ ਦੇਰੀ ਵਾਲਾ ਕਦਮ ਲੱਗਦਾ ਹੈ ਹੁਣ ਇਹ ਅਗਲੀ ਸਰਕਾਰ ਭਾਵੇਂ ਉਹ ਕਿਸੇ ਪਾਰਟੀ ਦੀ ਹੋਵੇ ਉੱਤੇ ਨਿਰਭਰ ਕਰਦਾ ਹੈ ਕਿ NRIs ਨੂੰ ਕਿਸੇ ਕਮਿਸ਼ਨ ਜ਼ਰੀਏ ਜਾਂ ਬਿਨਾਂ ਕਮਿਸ਼ਨ ਦੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਕਿਵੇਂ ਨਿਬੇੜੇਗਾ ਇਸ ਦੇ ਨਾਲ ਹੀ ਅੱਜ ਦਾ ਪ੍ਰਾਈਮ ਇੱਥੇ ਖਤਮ ਕਰਦੇ ਹਾਂ ਅਸੀਂ ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ